परम सत्कारयोग साध संगत जी, रसना पवित्र करिए ते आखिए तानसेरी सतगुरु जगजीत सिंह जी, तानसेरी सतगुरु उदय सिंह जी। साध संगत जी, साखी का सिरलेख है त्रिलोकीनाथ। साखी संबंधित है सुरजीत सिंह कुड़ाम, जिला संगरूर। बख्श बख्श बख्श, कादी बख्श, रहम रहम रहम, कोई गल कोई बात, मैं पामर मैं शराबी मैं कबाबी वैली, किरपा करो जा भजन पुछ लै, अमृत छक लै, अगों तो ना खाई पीवी। ऐ कह गरीब निवास सतगुरु जी अगे निकल गए। हुण मेरी सूरत एकदम सतवें आकाश ते चली गई, हौला फुल हो गया, पैर धरती ते ना लगन। महापुरुष दे बचन बिल्कुल ठीक हन। अमृत नाम हृदय में दीनो, जन्म जन्म की मैल गई। अगां अजे 4 कदम ही गया सां कि अगों महाराज बीर सिंह जी दे दर्शन हो गए। उन्हां दे चरनां ते मत्था टेकिया, उन्हां जफ्फी विच लै लिया ते मुस्कुरांदिया कहा, किड्डा सोहना लगदा है। ऐ सुन मेरियां अखां विच अथरू आ गए। महाराज जी अगां निकल गए। मैं जल प्रसाद छक मस्तानगढ़ चला गया। अगों कोठी दे सब दरवाजे बंद सन। संगतां दुआले परिक्रमा कर रहीआं सन। मैं भी एक पासे खलो गया, लगा मन ही मन अरदासे करन। सतगुरु जी आराम कर रहे सन। थोड़े समय पिछों कमरे तो बाहर आए, छत ते खलो सबनूं दर्शन दिते। संगतां दे मन हरे हो गए। सतगुरु जी उपरों हेठां आए ते सब दर्शकां नूं नवाजिया। मैं अगां वधिया ते लंगर वास्ते अर्ज कीती। सतगुरु जी बचन कीता, जद गल करनी होवे सीधी आप करो, विचोले ना पाओ। मुड़ बेनती दोहराई, गरीब निवाज बड़ा उधार सिर चढ़ गया है। कई लंगर जमा हो गए ने, मेले भी बाकी हैं। एक लंगर दी तां हुण ही किरपालता करो। सतगुरु जी त्रुट पए अते बचन कीता, गुरु भजन नूं कह दिओ। सुमाणे ਦੀ ਬਜਾਏ ਕੁੜਾਮ ਸੁਰਜੀਤ ਸਿੰਘ ਦੇ ਘਰ ਲੰਗਰ ਹੋਵੇਗਾ। ਸੁਮਾਣੇ ਇਤਲਾਹ ਦੇ ਦਿਓ। ਮੈਨੂੰ ਗੱਜ-ਗੱਜ ਲਾਲੀਆਂ ਚੜ੍ਹ ਗਈਆਂ ਤੇ ਚਾਈਂ-ਚਾਈਂ ਘਰ ਨੂੰ ਮੁੜਿਆ। ਪਰ ਸਰਦਾਰਾ, ਇਸ ਬਖਸ਼ਬੰਦੀ ਦੀ ਮੈਨੂੰ ਅਜੇ ਤੱਕ ਕੋਈ ਸਮਝ ਨਹੀਂ ਆਈ ਕਿ ਇਹ ਬਖਸ਼ਬੰਦੀ ਕਿਸ ਗੱਲ ਦੀ। ਤੇਰੇ ਪਾਸੋਂ ਕਿਹੜੀ ਖੁਨਾਮੀ ਹੋ ਗਈ? ਤੂੰ ਕਿਹੜੀ ਗੱਲੋਂ ਛੇਕਿਆ ਗਿਆ? ਮਾਸਟਰ ਜੀ, ਆਖੋ ਤਾਂ ਸਾਗੂ ਪ੍ਰਤਾਪ ਸਿੰਘ ਜੀ ਮਹਾਰਾਜ। ਗੁਰੂ ਤਾਂ ਵੈਸੇ ਹੀ ਮੇਰਾਂ ਦੇ ਦਾਤੇ ਹਨ, ਭੁੱਲੇ ਭਟਕਿਆਂ ਨੂੰ ਰਾਹੇ ਪਾਉਂਦੇ ਰਹੇ ਹਨ। ਪਰ ਸਾਗੂ ਪ੍ਰਤਾਪ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਹੋਏ ਹਨ। ਇਹਨਾਂ ਦੀ ਗਤ ਵਰਣਨ ਨਹੀਂ ਕੀਤੀ ਜਾ ਸਕਦੀ। ਦੁਰਭਾਗਤਾ ਨਾਲ ਕੋਈ ਸਿੱਖ ਸੰਗਤ ਨਾਲੋਂ ਵਿਛੜ ਜਾਏ, ਪਰ ਇਹ ਸਿੱਖ ਨੂੰ ਸਿੱਧੇ ਰਾਹ ਲਿਆਉਣ 'ਤੇ ਕੋਈ ਕਸਰ ਨਹੀਂ ਰਹਿਣ ਦਿੰਦੇ। ਡਿੱਗਿਆਂ ਨੂੰ ਉਠਾਉਂਦੇ ਹਨ, ਉਸ ਦੇ ਕੰਢੇ ਕੱਢਦੇ ਹਨ ਅਤੇ ਮੁੜ ਬਖਸ਼ਿਸ਼ਾਂ ਦੇ ਭੰਡਾਰੇ ਖੋਲ੍ਹ ਦਿੰਦੇ ਹਨ। ਸਤਿਗੁਰੂ ਜੀ ਚੋਰਾਂ, ਧਾੜਵੀਆਂ ਤੇ ਪਾਮਰਾਂ ਨੂੰ ਇੱਕੋ ਮਿਹਰ ਨਜ਼ਰ ਨਾਲ ਦੇਵਤੇ ਬਣਾ ਦਿੰਦੇ ਹਨ। ਜਿਵੇਂ ਕੂੰਜ ਦੂਰ ਪਈਆਂ ਆਂਡਿਆਂ ਨੂੰ ਯਾਦ ਵਿੱਚ ਰੱਖ ਪਾਲਦੀ ਪੋਸਦੀ ਹੈ, ਤਿਵੇਂ ਸਤਿਗੁਰੂ ਜੀ ਭੁੱਲਿਆਂ ਭਟਕਿਆਂ ਨੂੰ ਖੂਹ ਖਾਤੇ ਵਿੱਚ ਪਏ ਨੂੰ ਅੱਖੋਂ ਓਹਲੇ ਨਹੀਂ ਹੋਣ ਦਿੰਦੇ। ਲਓ ਮੇਰੀ ਰਾਮ ਕਹਾਣੀ ਸੁਣੋ। ਮੇਰੇ ਪਿਤਾ ਸਰਦਾਰ ਤਾਰਾ ਸਿੰਘ ਚੱਕ ਰਾਮਦਾਸ, ਜ਼ਿਲ੍ਹਾ ਗੁਜਰਾਂਵਾਲਾ ਰਹਿੰਦੇ ਸਨ। ਮੇਰੇ ਨਿੱਕਿਆਂ ਹੁੰਦਿਆਂ ਹੀ ਚੜ੍ਹਾਈ ਕਰ ਗਏ। ਸ਼ਰੀਕਾਂ ਦੀ ਮਿਹਰ ਨਾਲ ਅਸੀਂ ਕੱਖੋਂ ਹੌਲੇ ਤੇ ਪਾਣੀਓਂ ਪਤਲੇ ਪੈ ਗਏ। ਪਰ ਜਦ ਸੰਤਾ ਸੁੰਦਰ ਸਿੰਘ ਤਿਗੜੀ ਵਾਲਿਆਂ ਕੰਨ ਵਿੱਚ ਫੂਕ ਮਾਰੀ ਤਾਂ ਦਿਨ ਫਿਰਨੇ ਸ਼ੁਰੂ ਹੋ ਗਏ। ਗਹਿਮਾ ਗਹਿਮੀ ਹੋਣ ਲੱਗ ਪਈ। ਸਾਧਾਂ ਦੇ ਆਸਣ ਸਾਡੇ ਘਰ ਖੁੱਲ੍ਹਣ ਲੱਗੇ। ਹਰ ਸਾਲ ਸਤਿਗੁਰੂ ਜੀ ਦਾ ਦੌਰਾ ਆਉਣ ਲੱਗਾ। ਸ਼ਬਦ ਕੀਰਤਨ ਹੁੰਦਾ, ਜੈਕਾਰੇ ਛੁੱਟਦੇ। ਦੇਸ਼ ਦਾ ਵੰਡਾਰਾ 1947 ਵਿੱਚ ਹੋਇਆ। ਅਸੀਂ ਪਹਿਲਾ ਪਰਿਵਾਰ ਸਮੇਤ ਸ਼੍ਰੀ ਭੈਣੀ ਸਾਹਿਬ ਆਏ। ਮੁੜ ਸ਼੍ਰੀ ਜੀਵਨ ਨਗਰ ਦੇ ਲਾਗੇ ਨਕੌੜੇ ਰਹਿਣ ਦਾ ਹੁਕਮ ਹੋਇਆ। ਪਰ ਮਾਸਟਰ ਜੀ, ਜਦ ਦਿਨ ਮਾੜੇ ਹੁੰਦੇ ਹਨ ਤਾਂ ਉਸ ਵੇਲੇ ਬੁੱਧ ਵੀ ਬਦਲ ਜਾਂਦੀ ਹੈ। ਬਦਾਮ ਚੰਗੇ ਨਹੀਂ ਲੱਗਦੇ। ਅੱਕਾਂ ਦੀਆਂ ਖਖੜੀਆਂ ਅੰਬ ਵਿਖਾਈ ਦਿੰਦੀਆਂ ਹਨ। ਛੱਪੜਾਂ ਦਾ ਪਾਣੀ ਗੰਗਾ ਜਲ ਪ੍ਰਤੀਤ ਹੁੰਦਾ ਹੈ। ਨਕੌੜਾ ਨੱਕ ਦਾ ਰੋੜਾ ਦਿਖਾਈ ਦੇਣ ਲੱਗਾ।
ਕੋਠੀ ਪ੍ਰਤੀਤ ਹੋਏ। ਇੱਕ ਦਿਨ ਕਿਸੇ ਨੂੰ ਬਿਨਾਂ ਦੱਸੇ ਦਸਾਏ ਪਰਿਵਾਰ ਨੂੰ ਲੈ ਨਿਕਲਿਆ ਤੇ ਝੱਲ ਜ਼ਿਲ੍ਹਾ ਸੰਗਰੂਰ ਜਾ ਜ਼ਮੀਨ ਅਲਾਟ ਕਰਾਈ। ਲਗਭਗ 1952 ਸਾਲ ਦੀ ਗੱਲ ਏ। ਪਰ ਝੱਲ ਮੈਨੂੰ ਝੱਲਾ ਕਰ ਦਿੱਤਾ। ਗੁਰਮਤ ਮੇਰੀ ਉੱਡ ਗਈ। ਮਨਮਤ ਨੇ ਆ ਛਾਉਣੀਆਂ ਪਾਈਆਂ। ਹੋਸ਼ ਉਡਾਰੀ ਮਾਰ ਗਈ। ਕਾਵਾਂ ਰੌਲੀ ਸ਼ੁਰੂ ਹੋ ਗਈ। ਲੱਗੀਆਂ ਬੋਤਲਾਂ ਖੁੱਲ੍ਹਣ ਤੇ ਕਬਾਬ ਭੁੱਜਣ। ਮਹਿਫਿਲ ਹਰ ਵੇਲੇ ਗਰਮ। ਇੱਕ ਚੰਡਾਲ ਚੌਕੜੀ ਜਾਏ ਤੇ ਦੂਜੀ ਆਏ। ਸਾਧ ਸੰਗਤ ਭਜਨ ਬੰਦਗੀ ਰੱਬ ਰਹੀਮ ਪਾਖੰਡ ਨਜ਼ਰੀ ਆਉਣ ਮੈਨੂੰ। ਪਰ ਮੇਰੇ ਭਰਾ ਸੰਤੋਖ ਸਿੰਘ ਬਲਕਾਰ ਸਿੰਘ ਅੰਦਰ ਸੀਲ ਕਾਇਮ ਰਹੀ। ਉਹਨਾਂ ਦੇ ਪੈਰ ਨਾ ਥਿੜਕੇ। ਉਹ ਤਿਆਰ ਬਰ ਤਿਆਰ ਰਹੇ। 1960 ਵਿੱਚ ਝੱਲ ਛੱਡ ਦਿੱਤਾ ਤੇ ਕੁੜਾਮ ਜਾ ਡੇਰਾ ਲਾਇਆ। ਪਰ ਬਖਤੀ ਵੀ ਨਾਲ ਆ ਗਈ। ਜ਼ਮੀਨ ਤਾਂ 8 ਮੁਰੱਬੇ ਨਾਲੇ ਨੰਬਰਦਾਰੀ, ਪਰ ਕੌਲੀ ਵਿੱਚ ਸਭ ਕੁਝ ਡੁੱਬ ਗਿਆ। ਹੱਥ ਮਾਰਿਆ ਵੀ ਕੁਝ ਨਾ ਲੱਭੇ। ਪੈਰ ਦਿਨ ਬ ਦਿਨ ਥਿੜਕਦੇ ਗਏ। ਖਿਆਲ ਇਹ 60 ਦੇ ਹੀ ਦਿਨ ਹੋਣਗੇ ਕਿ ਮਹਾਰਾਜ ਵੀਰ ਸਿੰਘ ਜੀ ਕੁੜਾਮ ਆਏ। 5 ਦਾ ਨੋਟ ਮੱਥਾ ਟੇਕਿਆ। ਪਰ ਮਹਾਰਾਜ ਜੀ ਹਨ। ਧਰਮ ਪ੍ਰਾਇਣ, ਮਰਿਆਦਾ ਦੇ ਦ੍ਰਿੜ, ਰਹਿਤ ਮਰਿਆਦਾ ਦੇ ਪੱਕੇ ਤੇ ਸੁੱਚੇ ਨਿਤਨੇਮੀ। ਉਹਨਾਂ ਕਿਹਾ, ਆ ਲੈ 5 ਮੈਂ ਦੇਣਾ ਹਾਂ, ਤੂੰ ਆਪਣੇ ਚੱਕ ਤੇ ਜਾ, ਉੱਥੇ ਜਾ ਕੇ ਇਹਨਾਂ ਦੀ ਵੀ ਪੀ ਲਵੀਂ। ਹੰਕਾਰ ਨੇ ਮੇਰੀਆਂ ਮੋਹਰਾਂ ਕੱਸੀਆਂ ਹੋਈਆਂ ਸਨ। ਕੋਈ ਉੱਤਰ ਨਾ ਬਣਿਆ। ਪਰ ਮੇਰੀ ਸਿੰਘਣੀ ਤੇ ਕਿਰਪਾ ਬੜੀ ਸੀ। ਉਹ ਆਪਣੇ ਨੇਮ ਤੇ ਪੱਕੀ ਰਹੀ। ਮਰਿਆਦਾ ਵਿੱਚ ਢਿੱਲ ਨਾ ਪਾਈ। ਆਏ ਗਏ ਸਾਧ ਦੀ ਸੇਵਾ ਕਰਦੀ। ਸ਼੍ਰੀ ਭੈਣੀ ਸਾਹਿਬ ਦੀ ਉਗਰਾਹੀ ਨੇਮ ਨਾਲ ਦਿੰਦੀ। ਅਸਲ ਗੱਲ ਇਹ ਹੈ ਕਿ ਮੇਰੀ ਸਿੰਘਣੀ ਸਦਕਾ ਹੀ ਮੇਰੇ ਦਿਨ ਟੱਪ ਗਏ, ਨਹੀਂ ਤਾਂ ਪਤਾ ਨਹੀਂ ਕਿਵੇਂ ਰੁਲਦਾ ਫਿਰਦਾ। ਮਹਾਰਾਜ ਜੀ ਕਿਹਾ, ਬੀਬੀ ਲਿਆ ਦੁੱਧ, ਇਸ ਨੂੰ ਹੁਣ ਦੂਜੀ ਤਰ੍ਹਾਂ ਠੀਕ ਕਰਾਂਗੇ। ਪਰ ਮਹਾਰਾਜ ਜੀ ਦੇ ਕਹਿਣ 'ਤੇ ਵੀ ਢੀਠਾਂ ਵਾਂਗੂ ਬੁਲੀਆਂ ਵਿੱਚ ਹੱਸਦਿਆਂ ਆਪਣਾ ਨੋਟ ਚੁੱਕ ਕੇ ਜੇਬ ਵਿੱਚ ਪਾ ਲਿਆ। ਮਹਾਰਾਜ ਜੀ ਪਟਿਆਲੇ ਚਲੇ ਗਏ। ਹੁਣ ਮੇਰੀ ਹਾਲਤ ਹੋਰ ਵੀ ਵਿਗੜਨੀ ਸ਼ੁਰੂ ਹੋ ਗਈ। ਬੇਮੁਖਤਾ ਦੀ ਕੰਧ ਮੋਟੀ ਤੇ ਚੌੜੀ ਹੋ ਗਈ। ਆਪਣੀ ਬੀਬੀ ਨੂੰ ਪੰਡੋਰੀਆਂ ਦੇ ਜੈਲਦਾਰ ਕਪੂਰ ਸਿੰਘ ਦੇ ਘਰ ਮੰਗ ਦਿੱਤਾ। ਉਹ ਵੀ ਮੇਰੇ ਵਾਂਗੂ ਖਾਂਦਾ ਪੀਂਦਾ ਸੀ। ਭੈੜੇ ਨੂੰ ਭੈੜਾ 100 ਕੋ ਦਾ ਵਲਾ ਮਾਰ ਕੇ ਮਿਲਦਾ ਏ। ਇੰਨਾ ਹੀ ਘੱਟੇ ਕੌਡੀਆਂ ਵਿੱਚ ਦਿਨ ਚੜ੍ਹਦਾ ਰਿਹਾ। ਤਾਰੇ ਚਮਕਦੇ ਰਹੇ। ਮਗਰ ਮਨ ਨੂੰ ਹਨੇਰੇ ਨੇ ਬੁਰੀ ਤਰ੍ਹਾਂ ਘੇਰ ਲਿਆ। ਸੀਟਾਂ ਐ ਨਿਕਲਿਆ ਕਿ ਬਿਪਤਾ ਲੱਗੀ ਘੇਰਾ ਤੰਗ ਕਰਨ। ਅੱਜ ਢੱਗਾ ਮਰ ਗਿਆ, ਕੱਲ੍ਹ ਨੂੰ ਬੱਚਾ ਬਿਮਾਰ ਹੋ ਗਿਆ, ਫਸਲ ਹੋਈ ਨਾ, ਝਾੜ ਨਾ ਫੜਿਆ। ਮੁੱਕਦੀ ਗੱਲ ਦਿਨ ਘਟਦੇ ਗਏ ਤੇ ਪੈਸੇ ਵਹਿੰਦਿਆਂ ਹੱਥਾਂ ਵਿੱਚੋਂ ਉਡਾਰੀਆਂ ਮਾਰ ਗਏ। 1970 ਦਾ ਸਾਲ ਚੜ੍ਹਿਆ ਤਾਂ ਉਸ ਨੇ ਨਵਾਂ ਹੀ ਗੁੱਲ ਖਿੜਾਇਆ। ਮੇਰੇ ਭਤੀਜੇ ਪਾਸੋਂ ਗੋਲੀ ਚੱਲ ਪਈ। ਪ੍ਰੀਤਮ ਸਿੰਘ ਫੱਟੜ ਹੋ ਗਿਆ। ਮੁਸੀਬਤਾਂ ਹੋਰ ਟੁੱਟ ਪਈਆਂ। ਪ੍ਰੀਤਮ ਸਿੰਘ ਦੇ ਸੰਬੰਧੀਆਂ ਜਾਂ ਥਾਣੇ ਰਪਟ ਲਿਖਵਾਈ ਕਿ ਮਾਮਲਾ ਦੇਣ ਗਏ ਸਾਂ। ਸਾਡੇ ਕੋਲ ਰੁਪਏ ਸਨ, ਇਹ ਖੋਣ ਲੱਗੇ। ਅਸਾਂ ਬਚਾ ਕੀਤਾ, ਇਹਨਾਂ ਗੋਲੀ ਚਲਾ ਦਿੱਤੀ। ਪ੍ਰੀਤਮ ਸਿੰਘ ਜ਼ਖਮੀ ਹੋ ਗਿਆ। ਵੈਸੇ ਰੁਪਈਆ ਪੈਸਾ ਬਚਾ ਘਰ ਆ ਗਏ। ਬਸ ਪੁਲਿਸ ਦੇ ਪੌਂ ਭਾਰਾ ਹੋ ਗਏ। ਮਾਸਟਰ ਜੀ, ਉਹ ਹੀ ਪੁਲਸੀਏ ਜਿਹੜੇ ਮੇਰੇ ਨਾਲ ਘਿਓ ਖਿਚੜੀ ਹੁੰਦੇ ਸਨ, ਸਭ ਅੱਖਾਂ ਫੇਰ ਗਏ। ਦਰਸ਼ਨ ਸਿੰਘ ਤੇ ਮੇਰੇ 3 ਭਰਾਵਾਂ ਤੇ ਪਰਚਾ। ਉਹਨਾਂ ਦੀ ਤਾਂ ਜ਼ਮਾਨਤ ਹੋ ਗਈ, ਮਗਰ ਮੈਨੂੰ ਬਗਾਨੇ ਪੁੱਤਾਂ ਹਵਾਲਾਤ ਦੀ ਹਵਾ ਖਾਣ ਵਾਸਤੇ ਅੰਦਰ ਡੱਕ ਦਿੱਤਾ। ਮੈਂ ਲੱਗਾ ਰੱਬ ਦੇ ਰੰਗ ਵੇਖਣ। ਸੋਚਾਂ, ਹਾਏ ਕੀ ਬਣ ਗਿਆ ਹੈ। ਪਰ ਮੇਰੀ ਸਿੰਘਣੀ ਘਰ ਵਿੱਚ ਵਰਨੀਆਂ ਤੋੜ ਦਿੱਤੀਆਂ। ਜੇਲ੍ਹ ਵਿੱਚ ਰੱਬ ਯਾਦ ਆਇਆ। ਸਿਆਣਿਆਂ ਠੀਕ ਆਖਿਆ, ਮਾਂ ਤੇ ਰੱਬ ਔਖੇ ਵੇਲੇ ਮੂੰਹੋਂ ਨਿਕਲਦੇ ਹਨ। ਲੱਗਾ ਅਰਦਾਸਾਂ ਤੇ ਅਰਦਾਸਾਂ ਕਰਨ। ਇੱਕ ਦਿਨ ਹਵਾਲਾਤ ਪਿਆ ਸਾਂ, ਮਨ ਦੇ ਲੱਡੂ ਭੋਰ ਰਿਹਾ ਸਾਂ ਕਿ ਪੁਰਾਣੇ ਯਾਰ ਨੇ ਆ ਦਰਵਾਜ਼ਾ ਖੜਕਾਇਆ। ਨਿਗਾਹ ਪਈ ਤਾਂ ਸਾਧੂ ਪ੍ਰਤਾਪ ਸਿੰਘ ਜੀ ਦੇ ਦਰਸ਼ਨ ਹੋਏ। ਸਿਰ ਬਦੋ-ਬਦੀ ਚਰਨਾਂ ਤੇ ਜਾ ਟੱਠਾ। ਡਾਢਾਂ ਨਿਕਲ ਗਈਆਂ। ਹੱਥ ਜੋੜੇ ਤੇ ਬੇਨਤੀ ਕੀਤੀ, ਬਖਸ਼ੋ। ਸਾਧੂ ਜੀ ਬਚਨ ਕੀਤਾ, ਤੂੰ ਬਾਜ ਆ ਜਾ। ਚਰਨਾਂ ਤੇ ਮੁੜ ਟੱਠਾ ਤੇ ਡੁੱਸ ਕੇ ਪਰਦਿਆਂ ਕਿਹਾ, ਕਿਰਪਾ ਨਿਧਾਨ ਕਾਲ ਕੋਠੜੀ ਚੋਂ ਕੱਢੋ, ਮੇਰਾ ਕਰੋ। ਖਾਣ ਪੀਣ ਛੱਡ ਦੇ
ਸਤ ਬਚਨ ਕਹਿ ਨਮਸਕਾਰ ਕੀਤੀ। ਥੋੜ੍ਹੇ ਦਿਨਾਂ ਪਿੱਛੋਂ ਰਿਹਾ ਹੋ ਗਿਆ। ਖੁਸ਼ੀ ਖੁਸ਼ੀ ਘਰ ਆਇਆ, ਪਰ ਮੇਰੀ ਬਦਕਿਸਮਤੀ ਨੇ ਪੂਰਾ ਖਹਿੜਾ ਨਾ ਛੱਡਿਆ। ਉਸੇ ਚੰਡਾਲ ਚੌਂਕੜੀ ਮੂੜ ਆ ਘੇਰਿਆ। ਜੇਲ੍ਹ ਵਿੱਚ ਕੀਤੇ ਬਚਨ ਭੁੱਲ ਗਏ ਮੈਨੂੰ। ਕੋਠਾ ਉਸਰਿਆ, ਤਰਖਾਣ ਵਿਸਰਿਆ। ਉਹ ਮੁੜ ਦੌਰ ਪਿਆਲੇ ਦੇ। ਕੁੱਕੜਾਂ ਤੇ ਬੱਕਰੀਆਂ ਦੀ ਅਲਖ ਲੱਗੀ ਲੈਣ। ਪਰ ਸਤਿਗੁਰੂ ਵਿੱਚ ਇਹੋ ਵਾਧਾ ਏ, ਉਹ ਸਿੱਖ ਨੂੰ ਛੱਡਦਾ ਨਹੀਂ, ਪਰ ਦਵਾਈ ਵੱਖਰੀ ਵੱਖਰੀ ਏ। ਜਿਹੋ ਜਿਹਾ ਰੋਗੀ ਤੇਹੋ ਜਿਹਾ ਇਲਾਜ, ਜਿਹੋ ਜਿਹੀ ਸਾਮੀ ਤੇਹੋ ਜਿਹਾ ਹੋ ਟਕਰਦਾ ਹੈ। ਹੁਣ ਸਤਿਗੁਰੂ ਜੀ ਮੁਹਰ ਕੇ ਤਾਪ ਨੂੰ ਮੇਰੀ ਸੇਵਾ 'ਤੇ ਲਾ ਦਿੱਤਾ। ਲੱਗਾ ਉਹ ਮੇਰੀ ਟਹਿਲ ਸੇਵਾ ਕਰਨ। ਨਾਲ ਹੀ ਯਰਕਾਨ ਬਾਣੀ ਠੀਕ ਹੀ ਆਖਿਆ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਦੋਹਾਂ ਟਹਿਲੂਆਂ ਸਰੀਰ ਭੰਨ ਸੁੱਟਿਆ, ਲਹੂ ਮਿੱਝ ਖਾ ਪੀ ਗਏ। ਹੱਡੀਆਂ ਨਿਕਲ ਆਈਆਂ, ਫੇਫੜੇ ਵੀ ਗਲ ਗਏ, ਨਾੜਾਂ ਸੁੱਕ ਗਈਆਂ। ਮੇਰੀ ਸਿੱਖਣੀ ਪਟਿਆਲੇ ਲੈ ਗਈ। ਉੱਥੇ ਮੇਰਾ ਦੋਸਤ ਬੀਡੀ ਸ਼ਰਮਾ ਵੈਦ ਜਾਣੂ ਸੀ। ਉਸ ਹਮਦਰਦੀ ਨਾਲ ਸਪੈਸ਼ਲ ਵਾਰਡ ਵਿੱਚ ਦਾਖਲ ਕਰਾ ਦਿੱਤਾ। ਨਰਸਾਂ ਤੇ ਡਾਕਟਰਾਂ ਨੂੰ ਬੁਲਾ ਕੇ ਉਚੇਚਾ ਕਿਹਾ, ਖਾਸ ਖਿਆਲ ਰੱਖਣਾ ਇਹਦਾ। ਮੇਰੀ ਬੀਬੀ ਮੋਹਿੰਦਰ ਮੰਜੇ 'ਤੇ ਬਹਿ ਗਈ। ਡਾਕਟਰ ਲੱਗੇ ਵੇਖਣ ਚਾਖਣ, ਪਰ ਉਹਨਾਂ ਦੇ ਖੱਲਿਆਂ ਖਲੋਤਿਆਂ ਮੇਰੇ ਪ੍ਰਾਣ ਨਿਕਲ ਗਏ। ਡਾਕਟਰਾਂ ਕਿਹਾ, ਚੁੱਪ ਰਹੋ, ਕਿਸੇ ਨੂੰ ਕੁਝ ਨਾ ਕਹੋ, ਮਤੇ ਚੀਕ ਚਹਾੜਾ ਮੱਚ ਜਾਵੇ, ਸਵੇਰੇ ਵਾਰਸਾਂ ਦੇ ਹਵਾਲੇ ਕਰਾਂਗੇ। ਉਹ ਮੇਰੇ ਉੱਤੇ ਕੱਪੜਾ ਪਾ ਬਾਹਰ ਨਿਕਲ ਗਏ। ਦੂਜੇ ਪਾਸੇ ਜਮਾ ਮੈਨੂੰ ਪਕੜ ਲਿਆ ਤੇ ਧਰਮਰਾਜ ਪਾਸ ਲੈ ਚੱਲੇ। ਧਰਮਰਾਜ ਕਿਹਾ, ਇਸ ਫਿਟਕੇ ਨੂੰ ਅੱਗ ਵਿੱਚ ਸੁੱਟ ਦਿਓ। ਮਾਸਟਰ ਜੀ ਆਖੋ ਧੰਨ ਸਾਗੂ ਪ੍ਰਤਾਪ ਸਿੰਘ ਜੀ। ਜਿਸ ਵੇਲੇ ਜੰਮ ਭੱਠੀ ਵੱਲ ਜਾ ਰਹੇ ਸਨ, ਤਾਂ ਉਸੇ ਵੇਲੇ ਗਰੀਬ ਨਿਵਾਸ ਸਤਿਗੁਰੂ ਜੀ ਸਾਹਮਣੇ ਆ ਦਰਸ਼ਨ ਦਿੱਤੇ ਤੇ ਗਰਜਵੀਂ ਆਵਾਜ਼ ਵਿੱਚ ਕਿਹਾ, ਇਸ ਨੂੰ ਕਿਉਂ ਲਿਆਇਓ? ਜਾਓ ਉੱਥੇ ਹੀ ਛੱਡ ਆਓ। ਜੰਮ ਮੁੜ ਧਰਮਰਾਜ ਪਾਸ ਲੈ ਗਏ। ਉਸ ਨੇ ਮੁੜ ਦੁਹਰਾਇਆ, ਇਹ ਬੜਾ ਬੇਮੁਖ ਏ, ਇਸ ਨੇ ਇੱਕ ਨਹੀਂ ਮੰਨੀ, ਇਸ ਨੂੰ ਇੰਜਨ ਅੱਗੇ ਸੁੱਟੋ। ਜਮਾ ਮੈਨੂੰ 5 ਟਿਕਾਈਆਂ ਤੇ ਮੁੜ ਉਧਰ ਲੈ ਟੁਰੇ ਜਿੱਧਰੋਂ ਆ ਰਿਹਾ ਸੀ। ਉਸੇ ਪਾਸੇ ਸਤਿਗੁਰਾਂ ਦਾ ਬੜਾ ਸ਼ਾਨਦਾਰ ਡੇਰਾ ਸੀ ਤੇ ਬੜਾ ਭਾਰੀ ਦੀਵਾਨ ਲੱਗਾ ਹੋਇਆ ਸੀ। ਸੰਤ ਭੂਰੀ ਵਾਲੇ, ਸੰਤ ਅਤਰ ਸਿੰਘ ਆਲਮ ਜੀ ਸਭ ਦਰਸ਼ਨ ਦੇ ਰਹੇ ਸਨ। ਮੈਨੂੰ ਘਸੀਟਦਿਆਂ ਇੰਜਨ ਅੱਗੇ ਲਿਆ ਸੁੱਟਿਆ। ਇਤਨੇ ਨੂੰ ਸਤਿਗੁਰੂ ਜੀ ਮੁੜਾ ਦਰਸ਼ਨ ਦਿੱਤੇ। ਇੰਜਨ ਉੱਤੋਂ ਦੀ ਲੰਘ ਗਿਆ, ਪਰ ਮੇਰਾ ਵਾਲ ਵਿੰਗਾ ਨਾ ਹੋਇਆ। ਸਤਿਗੁਰੂ ਜੀ ਮੁੜ ਜਮਾ ਨੂੰ ਕਿਹਾ, ਤੁਹਾਨੂੰ ਇੱਕ ਵਾਰ ਕਿਹਾ ਏ ਇਸ ਸਿੱਖ ਨੂੰ ਉੱਥੇ ਹੀ ਛੱਡ ਆਓ। ਮੈਂ ਰੋਂਦਿਆਂ ਅਰਜ਼ ਕੀਤੀ, ਗਰੀਬ ਨਿਵਾਜ, ਮੈਂ ਬੜਾ ਪਾਮਰ ਹਾਂ, ਬਚਨ ਨਹੀਂ ਮੰਨਿਆ ਆਪ ਜੀ ਦਾ, ਮੈਨੂੰ ਬਖਸ਼ੋ। ਸਤਿਗੁਰੂ ਜੀ ਬਚਨ ਕੀਤਾ, ਤੂੰ ਬੰਦਾ ਬਣ ਜਾ। ਹੁਣ ਤੈਨੂੰ ਉੱਥੇ ਵੱਡਾ ਕਾਕਾ ਯਾਨੀ ਸਤਿਗੁਰੂ ਜਗਜੀਤ ਸਿੰਘ ਜੀ, ਹੁਣ ਤੈਨੂੰ ਉੱਥੇ ਵੱਡਾ ਕਾਕਾ ਬਖਸ਼ੇਗਾ। ਆਪਣੀਆਂ ਕਰਤੂਤਾਂ ਤੋਂ ਕੰਨਾਂ ਨੂੰ ਹੱਥ ਲਾ। ਦੂਜਾ, ਆਪਣੀ ਬੀਬੀ ਨੂੰ ਜੈਲਦਾਰਾਂ ਘਰ ਨਹੀਂ ਦੇਣਾ, ਤੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ। ਇਹ ਕਹਿ ਸਤਿਗੁਰੂ ਜੀ ਅਲੋਪ ਹੋ ਗਏ ਤੇ ਮੇਰੇ ਪ੍ਰਾਣ ਮੁੜ ਸਰੀਰ ਵਿੱਚ ਆ ਗਏ। ਹੁਣ ਮੇਰਾ ਸਰੀਰ ਹੌਲਾ ਫੁੱਲ ਸੀ, ਉਡਾਰੀਆਂ ਭਰਨ ਨੂੰ ਜੀ ਕਰੇ। ਮੇਰਾ ਦਿਲ ਇਸ਼ਨਾਨ ਕਰਨ ਨੂੰ ਘਰ ਆਇਆ। ਵੇਖਿਆ ਕੋਈ ਡਾਕਟਰ ਤੇ ਨਹੀਂ ਵੇਖਦਾ, ਪਰ ਕਹਿੰਦੇ ਨੇ ਮੂਰਖਾ ਤਾਪ ਜਾਂਦਾ ਜਾਂਦਾ ਕੋਈ ਅੰਗ ਮਾਰ ਜਾਂਦਾ ਹੈ। ਮੈਂ ਲੱਤ ਹਿਲਾਈ, ਮੁੜ ਦੂਜੀ ਉੱਠ ਕੇ ਬਹਿ ਗਿਆ। ਸਹਿਜ ਨਾਲ ਬਿਨਾਂ ਖਟਕਾ ਕੀਤੇ ਉੱਠਿਆ। ਨਰਸ ਦੀ ਅੱਖ ਲੱਗੀ ਹੋਈ ਪਈ ਸੀ। ਨਾਲ ਦੇ ਗੁਸਲਖਾਨੇ ਵਿੱਚ ਵੜ ਗਿਆ। ਟੁੱਟੀ ਖੋਲੀ ਤੇ ਇਸ਼ਨਾਨ ਕਰਨ ਲੱਗਾ। ਕੇਸ ਧੋਤੇ, ਪਿੰਡਾ ਚੰਗਾ ਮਲ ਸਾਫ਼ ਕੀਤਾ। ਤੌਲੀਏ ਨਾਲ ਪਿੰਡਾ ਪੂੰਝਿਆ ਤੇ ਕੱਛਾ ਇੱਕ ਪਾਸੇ ਲਟਕਾ ਤੌਲੀਏ ਨਾਲ ਪਿੰਡਾ ਪੂੰਝਿਆ ਤੇ ਕੱਛਾ ਇੱਕ ਪਾਸੇ ਲਟਕਾ ਚਾਦਰ ਲੈ ਕੇ ਗੁੱਛੂ ਮੁੱਛੂ ਹੋ ਪੈ ਗਿਆ। ਨਰਸ ਦੀ ਅੱਖ ਖੁੱਲ੍ਹੀ ਤਾਂ ਉਸ ਮੇਰੇ ਵੱਲ ਝਾਕਿਆ। ਮੇਰੀ ਅੱਖ ਖੁੱਲ੍ਹੀ ਵੇਖ ਮੇਰੇ ਕੋਲ ਆ ਗਈ ਤੇ ਨਬਜ਼ ਵੇਖੀ। ਕਾਹਲੀ ਗਈ ਤੇ ਬੀਬੀ ਮੋਹਿੰਦਰ ਨੂੰ ਦੱਸਿਆ, ਬੀਬੀ ਤੇਰੇ ਪਿਤਾ ਠੀਕ ਠਾਕ ਹਨ। ਸਵੇਰੇ ਸਾਰ ਰਾਤ ਦੀ ਡਿਊਟੀ ਵਾਲੇ ਡਾਕਟਰ ਆਏ ਤੇ ਵੇਖ ਕੇ ਹੈਰਾਨ ਹੋ ਗਏ ਤੇ ਪ੍ਰਸੰਨ ਵੀ ਹੋਏ,
ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਮੈਂ ਰਾਤੀ ਉੱਠ ਕੇ ਨਹਾ ਵੀ ਬੈਠਾ ਹਾਂ ਤੇ ਸਾਰੀ ਰਾਤ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਜਾਪ ਵੀ ਜਪਦਾ ਰਿਹਾ ਹਾਂ। ਡਾਕਟਰ ਸ਼ਰਮਾ ਆਇਆ ਤਾਂ ਵੇਖ ਚਾਕ ਕਿਹਾ, ਸੁਰਜੀਤ ਰੋਗ ਤਾਂ ਤੈਨੂੰ ਛੱਡ ਗਿਆ ਹੈ, ਤੇਰੇ ਫੇਫੜੇ ਠੀਕ ਨਹੀਂ, ਤੈਨੂੰ 4 ਮਹੀਨੇ ਨੂੰ ਛੁੱਟੀ ਮਿਲੇਗੀ। ਪਰ ਮੈਨੂੰ ਤਸੱਲੀ ਸੀ ਛੁੱਟੀ ਮਿਲੇ ਜਾਂ ਨਾ, ਮੈਂ ਸਤਿਗੁਰਾਂ ਦੇ ਲੰਗਰ ਕਰਨੇ ਹਨ। ਹੁਣ ਮੈਂ ਮਰਦਾ ਨਹੀਂ, ਭਾਵੇਂ ਮੇਰੇ ਦੁਸ਼ਮਣ ਵੀ ਜ਼ੋਰ ਲਾਣ। ਖੈਰ ਮਹੀਨੇ ਪਿੱਛੋਂ ਛੁੱਟੀ ਮਿਲ ਗਈ। ਵੈਦ ਸ਼ਰਮਾ ਨੇ ਪੱਕੀ ਕੀਤੀ ਕੋਈ ਭਾਰਾ ਕੰਮ ਨਹੀਂ ਕਰਨਾ, ਨਹੀਂ ਤੇ ਮੈਂ ਚਾਈ ਘਰ ਆ ਗਿਆ। ਸਭ ਨੇ ਖੁਸ਼ੀਆਂ ਮਨਾਈਆਂ। ਹੁਣ ਮੇਰਾ ਮਨ ਗੁਰੂ ਚਰਨਾਂ ਵੱਲ ਦੌੜੇ। ਭਾਵੇਂ ਮਹਾਰਾਜ ਵੀਰ ਸਿੰਘ ਜੀ ਦੇ ਦਰਸ਼ਨ ਕਈ ਵਾਰ ਹੋਏ ਸਨ, ਮਗਰ ਤਖਤ ਚਵਰ ਦੇ ਮਾਲਕ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਨਹੀਂ ਸੀ ਹੋਇਆ। ਹੁਣ ਮੇਰੀ ਹਾਲਤ ਇਉਂ ਸੀ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਵਰਣਨ ਕੀਤੀ ਹੈ ਗੁਰਬਾਣੀ ਵਿੱਚ, ਖੰਭ ਵੀ ਕੰਦੜੇ ਜੇ ਲਹਾ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾ ਸੁਸੱਜਣ ਢੋਲ। ਖੈਰ ਅੰਮ੍ਰਿਤਸਰ ਦਾ ਹੋਲਾ ਆਇਆ, ਮਨ ਵਿੱਚ ਹੋਲੇ ਜਾਣ ਦਾ ਉਤਸ਼ਾਹ ਜਾਗਿਆ। ਇਹ ਗੱਲ ਘਰ ਵਿੱਚ ਕੀਤੀ ਤਾਂ ਸਾਰੇ ਪਰਿਵਾਰ ਨੂੰ ਖੁਸ਼ੀਆਂ ਚੜ੍ਹ ਗਈਆਂ ਕਿ ਸ਼ੁਕਰ ਹੈ ਮੇਰੀ ਲਗਨ ਗੁਰੂ ਚਰਨਾਂ ਨਾਲ ਲੱਗਣ ਲੱਗੀ ਏ। ਪਰ ਡਰਾਂ ਮੈਂ ਬਹੁਤ। ਪਹਾੜ ਜਿਹੜੇ ਕੁਕਰਮ ਮੇਰੇ ਸਾਹਮਣੇ ਆ ਖਲੋਤੇ ਤੇ ਸੋਚਾਂ ਸਤਿਗੁਰਾਂ ਮੈਨੂੰ ਬਖਸ਼ਣਾ ਨਹੀਂ, ਮੈਂ ਕਿੱਧਰ ਜਾਵਾਂਗਾ? ਐਡਾ ਵੱਡਾ ਗੁਨਾਹੀ, ਐਡਾ ਵੱਡਾ ਬੇਮੁਖ ਕਿਵੇਂ ਬਖਸ਼ਣਗੇ? ਸੁਣਿਆ ਏ ਉਹ ਹਜ਼ਾਰਾਂ ਦੀ ਤਨਖਾਹ ਲਾਉਂਦੇ ਹਨ, ਮੇਰੇ ਪਾਸ ਤੇ ਪੈਸਾ ਵੀ ਨਹੀਂ। ਹੇ ਸਤਿਗੁਰੂ ਪ੍ਰਤਾਪ ਸਿੰਘ ਜੀ, ਹੁਣ ਮੈਂ ਕੀ ਕਰਾਂ? ਪਰ ਬੀਬੀ ਉਪਦੇਸ਼ ਤੇ ਬੜੀ ਕਿਰਪਾ ਏ। ਉਹ ਆਖੇ, ਪਿਤਾ ਜੀ ਹੋਲੇ ਜ਼ਰੂਰ ਜਾਓ, 200 ਰੁਪਏ ਮੈਂ ਦਿੰਦੀ ਹਾਂ। ਮੈਂ ਜੀਪ ਲੈਣ ਵਾਸਤੇ ਚਲਾ ਗਿਆ ਅਤੇ 60 ਰੁਪਏ ਤੇਲ ਵਾਸਤੇ ਦੇ ਆਇਆ। ਪਰ ਸਾਥੀ ਨਾ ਮੰਨੇ, ਉਹ ਕਹਿਣ ਇਹ ਖਰਚਾ ਬਹੁਤਾ ਹੈ। ਹੁਣ ਬੜਾ ਪਛਤਾਇਆ, 60 ਰੁਪਏ ਵੀ ਗਵਾ ਬੈਠਾ ਵਾਂ। ਪਰ ਬੀਬੀ ਜ਼ੋਰ ਮਾਰੇ, ਪਿਤਾ ਜੀ ਹੋਲੇ ਜ਼ਰੂਰ ਜਾਓ, ਮੈਂ 50 ਰੁਪਏ ਇੱਕ ਸਹੇਲੀ ਪਾਸੋਂ ਲਿਆ ਕੇ ਦਿੰਦੀ ਹਾਂ। ਉਹ ਗਈ ਤੇ ਝਟਪਟ 50 ਰੁਪਏ ਲੈ ਆਈ। ਇਤਨੇ ਨੂੰ ਦਰਿਆਓ ਸਿੰਘ ਵਕੀਲ ਗੱਡੀ ਦਾ ਮਾਲਕ ਆਇਆ ਤੇ ਸਾਥੀਆਂ ਦੀ ਢਿੱਲੀ ਮੱਠੀ ਸਲਾਹ ਵੇਖ ਸਾਈ ਮੋੜ ਗਿਆ ਤੇ ਮੈਂ ਅੰਮ੍ਰਿਤਸਰ ਰਵਾਨਾ ਹੋ ਗਿਆ। ਜਾਂਦਿਆਂ ਹੀ ਗੁਰੂ ਕੇ ਲਾਲ ਪੰਡਿਤ ਗੋਪਾਲ ਸਿੰਘ ਦੇ ਦਰਸ਼ਨ ਹੋ ਗਏ। ਉਹ ਵੇਖ ਬੜੇ ਪ੍ਰਸੰਨ ਹੋਏ ਤੇ ਆਖਿਆ, ਸੁਰਜੀਤ ਸਿੰਘ ਫਿਕਰ ਨਾ ਕਰ, ਬਖਸ਼ਬੰਦੀ ਕਰਾ ਦੇਵਾਂਗੇ। ਦੀਵਾਨ ਵਿੱਚ ਗਿਆ ਤਾਂ ਪੰਡਿਤ ਜੀ ਕਿਹਾ, ਵੇਖਦਾ ਕੀ ਹੈ, ਖਲੋ ਜਾ। ਪਰ ਮੇਰੀਆਂ ਲੱਤਾਂ ਕੰਬਣ, ਦਿਲ ਮੇਰਾ ਧੜਕੇ, ਕਿਉਂਕਿ ਅੱਗੇ ਖਲੋਤਿਆਂ ਨੂੰ ਹਜ਼ਾਰ ਦੀ ਤਨਖਾਹ ਲੱਗ ਰਹੀ ਸੀ। ਮੈਥੋਂ ਖਲੋਤਾ ਨਾ ਗਿਆ। ਅਗਲੇ ਦਿਨ ਰਛਪਾਲ ਸਿੰਘ ਨਾਲ ਲਿਆਇਆ। ਆਸਾ ਦੀ ਵਾਰ ਦਾ ਸਮਾਂ ਸੀ, ਉਹ ਤਾਂ ਲੰਘ ਗਿਆ, ਪਰ ਮੇਰੀ ਵਾਰੀ ਆਈ ਤਾਂ ਦਰਵਾਜ਼ਾ ਬੰਦ ਹੋ ਗਿਆ। ਮੈਂ ਰਾਹ ਵਿੱਚ ਹੀ ਬਹਿ ਗਿਆ। ਮੇਰੀ ਦਸ਼ਾ ਇਹ ਸੀ ਕਿ ਸਾਹਮਣੇ ਠੰਡੇ ਜਲ ਦਾ ਗੜਵਾ ਪਿਆ ਨਜ਼ਰੀ ਆਵੇ ਅਤੇ ਤਰੇ ਵੀ ਲੱਗੀ ਹੋਵੇ, ਪਰ ਮੇਰੇ ਹੱਥ ਗੜਵੇ ਤੱਕ ਨਾ ਪਹੁੰਚਣ। ਜੇ ਹੱਥ ਪੈਣ ਲੱਗੇ ਤਾਂ ਰੁਕ ਜਾਓ ਦੀ ਆਵਾਜ਼ ਆਵੇ। ਖੈਰ ਥੋੜ੍ਹਾ ਹੀ ਸਮਾਂ ਬੀਤਿਆ ਸੀ ਕਿ ਦਰਵਾਜ਼ਾ ਖੁੱਲ੍ਹ ਗਿਆ। ਮੈਂ ਉੱਠ ਅਰਜੀ ਰੱਖ ਮੱਥਾ ਟੇਕਿਆ। ਜਾਨੀ ਜਾਨ ਅੰਤਰਜਾਮੀ ਸਤਿਗੁਰੂ ਜੀ ਮੇਰੇ ਖੜਿਆ ਹੀ ਪੜ੍ਹ ਲਈ ਚਿੱਠੀ ਤੇ ਮੇਰੇ ਤੇ ਕਰ ਦਿੱਤੀਆਂ। ਬਖਸ਼ਿਸ਼ ਦੇ ਭੰਡਾਰੇ ਖੋਲ੍ਹ ਦਿੱਤੇ, ਮੈਨੂੰ ਬਖਸ਼ ਦਿੱਤਾ। ਮੇਰਾ ਜਨਮਾਂਤਰਾਂ ਦਾ ਕੋੜ ਦੂਰ ਕਰ ਦਿੱਤਾ। ਗੁਲਾਬ ਦੇ ਫੁੱਲ ਵਾਂਗੂ ਮੈਂ ਹੌਲਾ ਫੁੱਲ ਹੋ ਗਿਆ। ਘਰ ਨੂੰ ਮੁੜਿਆ। ਸਾਰੇ ਪਰਿਵਾਰ ਨੇ ਖੁਸ਼ੀਆਂ ਮਨਾਈਆਂ ਤੇ ਬੀਬੀ ਉਪਦੇਸ਼ ਜਾਮੇ ਵਿੱਚ ਫੁੱਲੀ ਨਾ ਸਮਾਏ। ਸਾਰੇ ਹੀ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ।